ਗੁੱਡ ਮਾਰਨਿੰਗ ਬੇਟੇ। ਫਸਟ ਲੈਕਚਰ ਦੇ ਵਿੱਚ ਆਪਾਂ ਗੁਪਤ ਸਾਮਰਾਜ ਬਾਰੇ ਪੜ੍ਹਿਆ ਸੀ ਵੀ ਕਿਸ ਤਰ੍ਹਾਂ ਮੌਰੀਆ ਸਾਮਰਾਜ ਤੋਂ ਬਾਅਦ ਕਈ ਛੋਟੇ ਛੋਟੇ ਜਿਹੜੇ ਸਾਮਰਾਜ ਸੀ ਉਹ ਸਥਾਪਿਤ ਹੋਏ ਸੀਗੇ। ਫਿਰ ਗੁਪਤ ਸਾਮਰਾਜ ਦੀ ਸਥਾਪਨਾ ਸੀ ਜਿਹੜੀ ਉਹ ਸ੍ਰੀ ਗੁਪਤ ਦੇ ਦੁਆਰਾ ਰੱਖੀ ਗਈ ਸੀ, ਪਰੰਤੂ ਗੁਪਤ ਸਾਮਰਾਜ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਜਿਹੜਾ ਉਹ ਚੰਦਰਗੁਪਤ ਦੂਜਾ ਸੀ। ਸਮੁੰਦਰਗੁਪਤ ਬਾਰੇ ਪੜ੍ਹਿਆ ਸੀ ਆਪਾਂ ਵੀ ਕੀ ਸਮੁੰਦਰਗੁਪਤ ਜਿਹੜਾ ਉਸ ਨੂੰ ਭਾਰਤ ਦਾ ਨਪੋਲੀਅਨ ਕਿਉਂ ਕਿਹਾ ਜਾਂਦਾ, ਤਾਂ ਕਿਉਂਕਿ ਉਹਦੀ ਜਿਹੜੀ ਤੁਲਨਾ ਸੀ ਉਹ ਨਪੋਲੀਅਨ ਦੇ ਨਾਲ ਕੀਤੀ ਗਈ ਸੀ। ਉਸ ਤੋਂ ਅੱਗੇ ਆਪਾਂ ਪੜ੍ਹਨਾ ਹੈਗਾ ਚੰਦਰਗੁਪਤ ਦੂਜਾ। 380 ਈਸਵੀ ਵਿੱਚ ਸਮੁੰਦਰਗੁਪਤ ਦਾ ਪੁੱਤਰ ਚੰਦਰਗੁਪਤ ਜਿਹੜਾ ਉਹ ਰਾਜਗੱਦੀ ਦੇ ਉੱਪਰ ਬੈਠਿਆ ਸੀ। ਵਿਸ਼ਾਖਾ ਦੱਤ ਦੇ ਨਾਟਕ ਦੇਵੀ ਚੰਦਰਗੁਪਤਮ ਦੇ ਅਨੁਸਾਰ ਕੀ ਹੈ ਵੀ ਜਦੋਂ ਸਮੁੰਦਰਗੁਪਤ ਦੀ ਮੌਤ ਹੋ ਗਈ ਸੀ ਤਾਂ ਉਸ ਦਾ ਵੱਡਾ ਪੁੱਤਰ ਰਾਮਗੁਪਤ ਜਿਹੜਾ ਉਸ ਦਾ ਉੱਤਰਾਧਿਕਾਰੀ ਬਣਿਆ। ਉਹ ਬੜਾ ਕਾਇਰ ਸੀ। ਉਸ ਦੇ ਸ਼ਾਸਨ ਕਾਲ ਦੇ ਦੌਰਾਨ ਸ਼ੱਕਾਂ ਦਾ ਸ਼ਾਸਕ ਸੀ ਰੁਦਰ ਸਿੰਘ ਤੀਜਾ। ਉਸਦੇ ਰਾਜ ਦੇ ਉੱਤੇ ਹਮਲਾ ਕਰਤਾ ਤੇ ਰਾਮਗੁਪਤ ਸ਼ੱਕਾਂ ਦਾ ਮੁਕਾਬਲਾ ਨਾ ਕਰ ਸਕਿਆ ਤੇ ਉਹ ਲੜਾਈ ਦੇ ਵਿੱਚ ਹਾਰ ਗਿਆ ਸੀ। ਚੰਦਰਗੁਪਤ ਦੂਜਾ ਸੀ ਜਿਹੜਾ ਉਹ ਰਾਮਗੁਪਤ ਦਾ ਛੋਟਾ ਭਰਾ ਸੀ, ਉਹ ਇਸ ਅਪਮਾਨ ਨੂੰ ਸਹਿਣ ਨਾ ਕਰ ਸਕਿਆ। ਇਸੇ ਕਰਕੇ ਉਸਨੇ ਸ਼ੱਕ ਸ਼ਾਸਕ ਸੀ ਜਿਹੜਾ ਉਸਨੂੰ ਕਤਲ ਕਰ ਦਿੱਤਾ। ਇਸ ਤੋਂ ਬਾਅਦ ਚੰਦਰਗੁਪਤ ਜਦੋਂ ਵਾਪਸ ਆ ਗਿਆ ਤਾਂ ਉਹਨੇ ਆਪਣੇ ਕਾਇਰ ਭਰਾ ਰਾਮਗੁਪਤ ਨੂੰ ਵੀ ਕਤਲ ਕਰ ਦਿੱਤਾ ਤੇ ਉਸਨੇ ਧਰੁਵ ਦੇਵੀ ਦੇ ਨਾਲ ਵਿਆਹ ਕਰਵਾ ਲਿਆ ਤੇ ਰਾਜਗੱਦੀ ਸੀ ਉਹ ਪ੍ਰਾਪਤ ਕਰ ਲਈ। ਤੇ ਉਹ ਆਪਣੇ ਪਿਤਾ ਦੀ ਤਰ੍ਹਾਂ ਇੱਕ ਮਹਾਨ ਵਿਜੇਤਾ ਸੀ ਤੇ ਉਸਨੇ ਵੀ ਆਪਣੇ ਵਿਆਹਤਾ ਸੰਬੰਧ ਸਥਾਪਿਤ ਕਰਕੇ ਤੇ ਜਿੱਤਾਂ ਦੇ ਨਾਲ ਆਪਣੇ ਸਾਮਰਾਜ ਦਾ ਬਹੁਤ ਜ਼ਿਆਦਾ ਵਿਸਥਾਰ ਕੀਤਾ। ਫਸਟ ਪੁਆਇੰਟ ਆਪਣਾ ਹੈਗਾ ਵਿਵਾਹਿਕ ਸੰਬੰਧ। ਚੰਦਰਗੁਪਤ ਦੂਜੇ ਨੇ ਵਿਵਾਹਿਕ ਸੰਬੰਧ ਸਥਾਪਿਤ ਕਰਕੇ ਆਪਣੀ ਸਥਿਤੀ ਨੂੰ ਮਜ਼ਬੂਤ ਕੀਤਾ ਸੀ। ਫਿਰ ਉਹਨੇ ਨਾਗ ਸ਼ਾਸਕ ਦੀ ਪੁੱਤਰੀ ਕਬੇਰ ਨਾਗ ਦੇ ਨਾਲ ਆਪਣਾ ਵਿਆਹ ਕਰਾ ਲਿਆ ਸੀ ਤੇ ਬਾਅਦ ਦੇ ਵਿੱਚ ਆਪਣੀ ਜਿਹੜੀ ਉਹਦੀ ਆਪਦੀ ਲੜਕੀ ਸੀਗੀ ਪ੍ਰਭਾਵਤੀ, ਉਹਦਾ ਵਿਆਹ ਵਾਕਾਟਕ ਸ਼ਾਸਕ ਰੁਦਰਸੈਨ ਦੇ ਨਾਲ ਦੂਜੇ ਦੇ ਨਾਲ ਕਰਤਾ ਸੀ ਤੇ ਆਪਣੇ ਲੜਕੇ ਦਾ ਵਿਆਹ ਕੁਟਲ ਰਾਜੇ ਦੀ ਪੁੱਤਰੀ ਦੇ ਨਾਲ ਕੀਤਾ। ਇਸ ਤਰ੍ਹਾਂ ਇਹਨਾਂ ਦੇ ਨਾਲ ਵਿਆਹਤਾ ਸੰਬੰਧ ਸਥਾਪਿਤ ਕਰਕੇ ਚੰਦਰਗੁਪਤ ਦੂਜਾ ਸੀ ਜਿਹੜਾ ਉਹਦਾ ਪ੍ਰਭਾਵ ਦੂਰ ਦੂਰ ਤੱਕ ਫੈਲ ਗਿਆ ਸੀ। ਸੈਕਿੰਡ ਹੈ ਜਿੱਤਾਂ। ਚੰਦਰਗੁਪਤ ਦੂਜਾ ਇੱਕ ਬਹਾਦਰ ਤੇ ਮਹਾਨ ਵਿਜੇਤਾ ਸੀ। ਉਸਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਕਈ ਮਹੱਤਵਪੂਰਨ ਜਿੱਤਾਂ ਪ੍ਰਾਪਤ ਕੀਤੀਆਂ। ਪਹਿਲੀ ਉਹਦੇ ਵਿੱਚ ਹੈਗੀ ਹੈ ਮਾਲਵਾ ਗੁਜਰਾਤ ਤੇ ਕਾਠੀਆਵਾੜ ਦੀ ਜਿੱਤ। ਮਾਲਵਾ ਗੁਜਰਾਤ ਤੇ ਕਾਠੀਆਵਾੜ ਵਿੱਚ ਸ਼ੱਕ ਸੀ ਜਿਹੜਾ ਉਹਨਾਂ ਦਾ ਸ਼ਾਸਨ ਸੀ, ਉਹ ਗੁਪਤ ਸਾਮਰਾਜ ਲਈ ਕਿਸੇ ਸਮੇਂ ਵੀ ਖਤਰਾ ਬਣ ਸਕਦੇ ਸੀਗੇ। ਇਸੇ ਕਰਕੇ ਗੁਪਤ ਰਾਜ ਦੀ ਸੁਰੱਖਿਆ ਸੀ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਸੀ ਤੇ ਉਹਨਾਂ ਵਿਰੁੱਧ ਸਖਤ ਕਾਰਵਾਈ ਕਦੇ ਵੀ ਕਰ ਸਕਦੇ ਸੀਗੇ। ਇਸ ਲਈ ਚੰਦਰਗੁਪਤ ਦੂਜਾ ਸੀ ਜਿਹੜਾ ਉਹਨੇ ਇੱਕ ਵਿਸ਼ਾਲ ਫੌਜ ਦੇ ਨਾਲ 388 ਈਸਵੀ ਦੇ ਵਿੱਚ ਸ਼ੱਕਾਂ ਦੇ ਉੱਪਰ ਹਮਲਾ ਕਰ ਦਿੱਤਾ ਤੇ ਇਹ ਯੁੱਧ ਬਹੁਤ ਜ਼ਿਆਦਾ ਭਿਆਨਕ ਸੀ ਤੇ ਕਾਫੀ ਲੰਬੇ ਸਮੇਂ ਤੱਕ ਇਹ ਚੱਲਦਾ ਰਿਹਾ ਸੀ। ਅਖੀਰ ਵਿੱਚ ਸ਼ੱਕ ਸੀ ਜਿਹੜੇ ਉਹਨਾਂ ਦੀ ਹਾਰ ਹੋ ਗਈ ਸੀ ਤੇ ਇਸ ਜਿੱਤ ਨਾਲ ਇਸ ਦੇ ਵਿੱਚ ਰੁਦਰ ਸਿੰਘ ਤੀਜਾ ਸੀ ਜਿਹੜਾ ਉਹ ਮਾਰਿਆ ਗਿਆ ਸੀ ਤੇ ਇਸ ਜਿੱਤ ਦੇ ਨਾਲ ਚੰਦਰਗੁਪਤ ਦੂਜੇ ਨੇ ਮਾਲਵਾ ਗੁਜਰਾਤ ਤੇ ਕਾਠੀਆਵਾੜ ਇਹਨਾਂ ਦੇ ਉੱਪਰ ਆਪਣਾ ਕਬਜ਼ਾ ਕਰ ਲਿਆ ਸੀ ਤੇ ਇਸ ਕਾਰਨ ਪੱਛਮੀ ਭਾਰਤ ਦੀ ਕਈ ਸਦੀਆਂ ਤੋਂ ਚੱਲੇ ਆ ਰਹੇ ਵਿਦੇਸ਼ੀ ਸ਼ਾਸਨ ਸੀ ਜਿਹੜਾ ਉਹ ਹਮੇਸ਼ਾ ਦੇ ਲਈ ਸਮਾਪਤ ਹੋ ਗਿਆ ਸੀ ਤੇ ਚੰਦਰਗੁਪਤ ਦੂਜਾ ਸੀ ਜਿਹੜਾ ਉਹਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲ ਗਈ ਸੀ। ਇਸ ਜਿੱਤ ਦੇ ਸਦਕਾ ਹੀ ਇਹਨਾਂ ਪ੍ਰਦੇਸ਼ਾਂ ਦੇ ਵਿੱਚ ਜਿਹੜੀਆਂ ਬੰਦਰਗਾਹਾਂ ਸੀ ਭੜੋਚ, ਸਪਾਰਾ ਤੇ ਕੈਂਬੇ, ਉਹ ਵੀ ਚੰਦਰਗੁਪਤ ਦੂਜੇ ਦੇ ਅਧੀਨ ਹੋ ਗਈਆਂ ਸੀ ਤੇ ਇਸ ਜਿੱਤ ਤੋਂ ਬਾਅਦ ਚੰਦਰਗੁਪਤ ਦੂਜਾ ਸੀ ਜਿਹੜਾ ਉਹਨੇ ਵਿਕਰਮਦਿੱਤਿਆ ਦੀ ਉਪਾਧੀ ਧਾਰਨ ਕਰ ਲਈ ਸੀ। ਸੈਕਿੰਡ ਆਪਣਾ ਹੈਗਾ ਵੰਗ ਦੀ ਜਿੱਤ। ਵੰਗ ਜਿਹੜਾ ਅੱਜ ਕੱਲ੍ਹ ਉਹਨੂੰ ਬੰਗਾਲ ਕਿਹਾ ਜਾਂਦਾ ਹੈ। ਸਮੁੰਦਰਗੁਪਤ ਸੀ ਜਿਹੜਾ ਉਹਨੇ ਵੰਗ ਦੇ ਉੱਪਰ ਜਿੱਤ ਪ੍ਰਾਪਤ ਕਰਕੇ ਉਹਨੂੰ ਆਪਣੇ ਅਧੀਨ ਕਰ ਲਿਆ ਸੀਗਾ ਤੇ ਚੰਦਰਗੁਪਤ ਦੂਜੇ ਦਾ ਜਿਹੜਾ ਸ਼ਾਸਨ ਕਾਲ ਸੀਗਾ ਉਸ ਸਮੇਂ ਜਿਹੜੇ ਵੰਗ ਦੇ ਸਰਦਾਰ ਸੀਗੇ ਉਹਨਾਂ ਨੇ ਗੁਪਤ ਸਾਮਰਾਜ ਦੇ ਵਿਰੁੱਧ ਵਿਦਰੋਹ ਕਰਨੇ ਸ਼ੁਰੂ ਕਰ ਦਿੱਤੇ ਤੇ ਉੱਥੇ ਆਪਣੀ ਸੁਤੰਤਰਤਾ ਦਾ ਮੁੜ ਐਲਾਨ ਕਰਤਾ ਸੀਗਾ ਤੇ ਚੰਦਰਗੁਪਤ ਸੀ ਜਿਹੜਾ ਉਹ ਇਸ ਗੱਲ ਨੂੰ ਸਹਾਰ ਨਹੀਂ ਸਕਿਆ ਸੀਗਾ। ਇਸੇ ਕਾਰਨ ਉਹਨੇ ਉਸੇ ਸਮੇਂ ਵੰਗ ਦੇ ਉੱਪਰ ਦੁਬਾਰਾ ਫਿਰ ਆਪਣਾ ਹਮਲਾ ਕਰਤਾ ਸੀ ਤੇ ਜਿਹੜੇ ਵਿਰੋਧੀ ਸਰਦਾਰਾਂ ਨੇ ਬਗਾਵਤਾਂ ਕੀਤੀਆਂ ਸੀ ਉਹਨਾਂ ਨੂੰ ਕੁਚਲ ਦਿੱਤਾ ਸੀ ਤੇ ਉਹਨਾਂ ਨੇ ਦੁਬਾਰਾ ਵੰਗ ਨੂੰ ਆਪਣੇ ਸਾਮਰਾਜ ਦੇ ਵਿੱਚ ਮਿਲਾ ਲਿਆ ਸੀ। ਤੀਸਰਾ ਹੈਗਾ ਬਲਖ ਦੀ ਜਿੱਤ। ਚੰਦਰਗੁਪਤ ਦੂਜੇ ਨੇ ਸਿੰਧ ਨਦੀ ਦੇ ਮੁਹਾਨੇ ਦੀਆਂ 7 ਸ਼ਾਖਾਵਾਂ ਨੂੰ ਪਾਰ ਕਰਕੇ ਇੱਕ ਵਹਿਲੀਕ ਜਾਤੀ ਸੀ ਉਸ ਦੇ ਲੋਕਾਂ ਨੂੰ ਹਰਾ ਦਿੱਤਾ ਸੀ। ਵਹਿਲੀਕ ਅਫਗਾਨਿਸਤਾਨ ਵਿੱਚ ਸਥਿਤ ਬਲਖ ਪ੍ਰਦੇਸ਼ ਦੇ ਰਹਿਣ ਵਾਲੇ ਸੀ। ਨੰਬਰ 3 ਸਾਮਰਾਜ ਦਾ ਵਿਸਤਾਰ। ਚੰਦਰਗੁਪਤ ਦੂਜਾ ਸੀ ਉਹਨੂੰ ਵਿਰਾਸਤ ਦੇ ਵਿੱਚ ਪਹਿਲਾਂ ਹੀ ਬਹੁਤ ਵਿਸ਼ਾਲ ਸਾਮਰਾਜ ਜਿਹੜਾ ਮਿਲਿਆ ਸੀਗਾ ਪਰ ਉਹਨੇ ਹੋਰ ਜਿੱਤਾਂ ਪ੍ਰਾਪਤ ਕਰਕੇ ਉਸ ਦਾ ਵਿਸਤਾਰ ਕਰ ਲਿਆ ਸੀਗਾ ਤੇ ਉਹਦਾ ਸਾਮਰਾਜ ਸੀ ਜਿਹੜਾ ਉੱਤਰ ਦੇ ਵਿੱਚ ਹਿਮਾਲਾ ਪਰਬਤ ਤੋਂ ਲੈ ਕੇ ਦੱਖਣ ਵਿੱਚ ਨਰਮਦਾ ਨਦੀ ਤੱਕ ਤੇ ਪੂਰਬ ਵਿੱਚ ਬ੍ਰਹਮਪੁੱਤਰ ਨਦੀ ਤੋਂ ਲੈ ਕੇ ਪੱਛਮ ਵਿੱਚ ਅਰਬ ਸਾਗਰ ਤੱਕ ਫੈਲਿਆ ਹੋਇਆ ਸੀ ਤੇ ਉਹਨੇ ਪਾਟਲੀਪੁੱਤਰ ਪਹਿਲਾਂ ਇਹਨਾਂ ਦੀ ਰਾਜਧਾਨੀ ਸੀ ਜਿਹੜੀ ਪਾਟਲੀਪੁੱਤਰ ਸੀਗੀ। ਪਾਟਲੀਪੁੱਤਰ ਦੀ ਥਾਂ ਤੇ ਉਹਨੇ ਉਜੈਨ ਨੂੰ ਗੁਪਤ ਸਾਮਰਾਜ ਦੀ ਰਾਜਧਾਨੀ ਬਣਾ ਲਿਆ ਸੀ। ਉਸ ਤੋਂ ਅੱਗੇ ਆਪਣਾ ਹੈਗਾ ਬਾਅਦ ਦੇ ਗੁਪਤ ਸ਼ਾਸਕ। ਵੀ ਚੰਦਰਗੁਪਤ ਤੋਂ ਬਾਅਦ ਕਿਹੜੇ ਕਿਹੜੇ ਸ਼ਾਸਕ ਸੀਗੇ
ਚੰਦਰਗੁਪਤ ਦੂਜੇ ਦੀ ਮੌਤ ਤੋਂ ਬਾਅਦ ਕੁਮਾਰਗੁਪਤ ਉਹਨੇ 414 ਤੋਂ 455 ਈਸਵੀ ਤੱਕ ਆਪਣਾ ਸ਼ਾਸਨ ਕੀਤਾ ਸੀ। ਫਿਰ ਸਕੰਦਗੁਪਤ ਉਹਨੇ 455 ਤੋਂ 467 ਤੱਕ, ਤੇ ਇਹਨਾਂ ਨੇ ਵੀ ਗੁਪਤ ਸਾਮਰਾਜ ਨੂੰ ਸੰਗਠਿਤ ਕਰਨ ਦੇ ਵਿੱਚ ਕਾਫੀ ਮਹੱਤਵਪੂਰਨ ਹਿੱਸਾ ਪਾਇਆ ਸੀ। ਤੇ 467 ਈਸਵੀ ਦੇ ਵਿੱਚ ਜਦੋਂ ਸਕੰਦਗੁਪਤ ਦੀ ਮੌਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਇਸ ਦੇ 6ਵੀਂ ਸਦੀ ਵਿੱਚ ਇਸ ਵੰਸ਼ ਦੇ ਬਹੁਤ ਸਾਰੇ ਰਾਜੇ ਹੋਏ ਸੀ। ਉਹ ਸਾਰੇ ਰਾਜੇ ਸੀ ਜਿਹੜੇ ਅਯੋਗ ਸੀਗੇ, ਜਿਸ ਕਾਰਨ ਗੁਪਤ ਸਾਮਰਾਜ ਸੀ ਜਿਹੜਾ ਹੌਲੀ ਹੌਲੀ ਖਤਮ ਹੋਣਾ ਸ਼ੁਰੂ ਹੋ ਗਿਆ। ਉਸ ਤੋਂ ਅੱਗੇ ਆਪਣਾ ਹੈਗਾ ਗੁਪਤ ਸਾਮਰਾਜ ਦਾ ਪਤਨ। ਇਹਦੇ ਵਿੱਚ ਫਸਟ ਪੁਆਇੰਟ ਆਪਣਾ ਹੈਗਾ ਕਮਜ਼ੋਰ ਉੱਤਰਾਧਿਕਾਰੀ। ਜਦੋਂ ਗੁਪਤ ਸਾਮਰਾਜ ਦੇ ਪਤਨ ਦਾ ਆਪਾਂ ਇੱਕ ਮੁੱਕਾ ਨਹੀਂ ਕਹਿ ਸਕਦੇ ਹਾਂ ਵੀ ਜਿਹੜੇ ਸਕੰਦਗੁਪਤ ਦੇ ਉੱਤਰਾਧਿਕਾਰੀ ਸਾਰੇ ਕਮਜ਼ੋਰ ਹੋ ਗਏ ਸੀਗੇ, ਅਯੋਗ ਸੀਗੇ, ਤੇ ਉਹ ਆਪਣੇ ਪ੍ਰਸ਼ਾਸਨ ਪ੍ਰਬੰਧ ਵੱਲ ਕਿਸੇ ਤਰ੍ਹਾਂ ਦਾ ਕੋਈ ਵੀ ਧਿਆਨ ਨਹੀਂ ਦਿੰਦੇ ਸੀ ਤੇ ਹਮੇਸ਼ਾ ਭੋਗ ਵਿਲਾਸ ਵਿੱਚ ਹੀ ਡੁੱਬੇ ਰਹਿੰਦੇ ਸੀਗੇ। ਇਸੇ ਤਰ੍ਹਾਂ ਹੀ ਜਿਹੜੇ ਵਿਦੇਸ਼ੀ ਹਮਲਾਵਰ ਹਮਲਾ ਕਰਦੇ ਸੀ, ਨਾ ਤਾਂ ਉਹਨਾਂ ਨੇ ਵਿਦੇਸ਼ੀਆਂ ਦੇ ਹਮਲਿਆਂ ਨੂੰ ਰੋਕਿਆ ਸੀ ਤੇ ਨਾ ਹੀ ਜਿਹੜੀਆਂ ਸਾਮਰਾਜ ਦੇ ਅੰਦਰ ਅੰਦਰੂਨੀ ਬਗਾਵਤਾਂ ਚੱਲ ਰਹੀਆਂ ਸੀ ਉਹਨਾਂ ਬਗਾਵਤਾਂ ਨੂੰ ਦਬਾ ਸਕੇ ਸੀਗੇ। ਇਸੇ ਕਾਰਨ ਗੁਪਤ ਸਾਮਰਾਜ ਦੀ ਹਾਲਤ ਜਿਹੜੀ ਉਹ ਦਿਨੋਂ ਦਿਨ ਵਿਗੜਦੀ ਗਈ ਤੇ ਉਹ ਇੱਕ ਰੇਤ ਦੇ ਮਹੱਲ ਵਾਂਗੂ ਚਕਨਾਚੂਰ ਹੋ ਗਿਆ। ਸੈਕਿੰਡ, ਉੱਤਰਾਧਿਕਾਰ ਸੰਬੰਧੀ ਨਿਯਮ ਨਾ ਹੋਣਾ। ਗੁਪਤ ਕਾਲ ਦੇ ਵਿੱਚ ਉੱਤਰਾਧਿਕਾਰ ਸੰਬੰਧੀ ਵੀ ਕੋਈ ਨਿਯਮ ਜਿਹੜੇ ਨਹੀਂ ਬਣੇ ਹੋਏ ਸੀਗੇ। ਇਸੇ ਕਰਕੇ ਜਦੋਂ ਵੀ ਕਿਸੇ ਰਾਜੇ ਦੀ ਮੌਤ ਹੋ ਜਾਂਦੀ ਸੀ ਤਾਂ ਗੱਦੀ ਨੂੰ ਪ੍ਰਾਪਤ ਕਰਨ ਦੇ ਲਈ ਔਰ ਆਪਸ ਦੇ ਵਿੱਚ ਲੜਾਈਆਂ ਸ਼ੁਰੂ ਹੋ ਜਾਂਦੀਆਂ ਸੀਗੀਆਂ। ਇਹਨਾਂ ਦੇ ਲੜਾਈਆਂ ਦੇ ਕਾਰਨ ਨਾ ਕੇਵਲ ਗੁਪਤ ਸਾਮਰਾਜ ਦੇ ਸ਼ਾਸਕ ਸੀ ਜਿਹੜੇ ਉਹਨਾਂ ਨੂੰ ਗੌਰਵ ਨੂੰ, ਸਗੋਂ ਉਹਨਾਂ ਦੇ ਜਿਹੜੇ ਸਾਧਨ ਸੀ ਉਹਨਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਸੀ। ਤੇ ਇਹਨਾਂ ਜਿਹੜੀਆਂ ਲੜਾਈਆਂ ਸੀ ਇਹਨਾਂ ਨੇ ਗੁਪਤ ਸਾਮਰਾਜ ਦੀਆਂ ਜੜ੍ਹਾਂ ਨੂੰ ਹੌਲੀ ਹੌਲੀ ਖੋਖਲਾ ਕਰਨਾ ਸ਼ੁਰੂ ਕਰ ਦਿੱਤਾ ਸੀ। ਨੰਬਰ 3, ਵਿਸ਼ਾਲ ਸਾਮਰਾਜ। ਸਮੁੰਦਰਗੁਪਤ ਅਤੇ ਚੰਦਰਗੁਪਤ ਦੂਜੇ ਵਰਗੇ ਗੁਪਤ ਸ਼ਾਸਕਾਂ ਨੇ ਇੱਕ ਵਿਸ਼ਾਲ ਸਾਮਰਾਜ ਦੀ ਸਥਾਪਨਾ ਕੀਤੀ ਸੀ। ਇਹ ਸਾਮਰਾਜ ਸੀ ਜਿਹੜਾ ਇੰਨਾ ਜ਼ਿਆਦਾ ਵਿਸ਼ਾਲ ਸੀ ਵੀ ਇਹਨਾਂ ਤੇ ਨਿਯੰਤਰਣ ਰੱਖਣਾ, ਨਿਗਰਾਨੀ ਰੱਖਣੀ ਬਹੁਤ ਹੀ ਜ਼ਿਆਦਾ ਔਖਾ ਸੀ, ਕਿਉਂਕਿ ਉਸ ਸਮੇਂ ਆਵਾਜਾਈ ਦੇ ਸਾਧਨ ਬਹੁਤ ਘੱਟ ਸੀਗੇ। ਤੇ ਗੁਪਤ ਸਾਮਰਾਜ ਦੇ ਜਿਹੜੇ ਕਮਜ਼ੋਰ ਉੱਤਰਾਧਿਕਾਰੀ ਸੀਗੇ ਉਹ ਰਾਜਧਾਨੀ ਤੋਂ ਦੂਰ ਜਿਹੜੇ ਸਥਿਤ ਪ੍ਰਦੇਸ਼ ਸੀਗੇ, ਪ੍ਰਾਂਤ ਸੀਗੇ, ਉਹਨਾਂ ਦੇ ਸ਼ਾਸਕ ਸੀ ਜਿਹੜੇ ਉੱਥੋਂ ਦੇ, ਉਹਨਾਂ ਨੇ ਆਪਣੀ ਸੁਤੰਤਰਤਾ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ। ਇਸੇ ਕਾਰਨ ਗੁਪਤ ਸਾਮਰਾਜ ਦਾ ਜਿਹੜਾ ਪਤਨ ਸੀ ਉਹ ਯਕੀਨੀ ਹੋ ਗਿਆ। ਚੌਥਾ ਪੁਆਇੰਟ ਆਪਣਾ ਹੈਗਾ ਸੈਨਾ ਦੀ ਕਮਜ਼ੋਰੀ। ਗੁਪਤ ਕਾਲ ਦੇ ਵਿੱਚ ਕਾਫੀ ਲੰਬੇ ਸਮੇਂ ਤੱਕ ਪਹਿਲਾਂ ਤਾਂ ਸ਼ਾਂਤੀ ਰਹੀ ਸੀ, ਸਕੰਦਗੁਪਤ ਦੇ ਸਮੇਂ ਤੱਕ। ਉਸ ਚੰਦਰਗੁਪਤ ਦੂਜੇ ਤੋਂ ਬਾਅਦ ਕਾਫੀ ਸਮੇਂ ਤੱਕ ਸੈਨਿਕ ਸੀ ਜਿਹੜੇ ਉਹਨਾਂ ਨੇ ਕਿਸੇ ਵੀ ਯੁੱਧ ਦੇ ਵਿੱਚ ਆਪਣਾ ਹਿੱਸਾ ਨਹੀਂ ਲਿਆ ਸੀਗਾ। ਇਸੇ ਕਾਰਨ ਜਿਹੜੇ ਸੈਨਿਕ ਸੀ ਉਹ ਵਿਲਾਸਮਈ ਹੋ ਗਏ ਸੀਗੇ, ਆਰਾਮ ਪ੍ਰਸਤ ਹੋ ਗਏ ਸੀਗੇ, ਤੇ ਬਾਅਦ ਵਿੱਚ ਜਿਹੜੇ ਵਿਦੇਸ਼ੀ ਹਮਲੇ ਹੋਏ ਸੀਗੇ ਜਾਂ ਅੰਦਰੂਨੀ ਬਗਾਵਤਾਂ ਸੀਗੀਆਂ ਉਹਨਾਂ ਦਾ ਉਹ ਸੈਨਿਕ ਵੀ ਮੁਕਾਬਲਾ ਨਹੀਂ ਕਰ ਸਕੇ ਸੀ। ਇਸੇ ਕਾਰਨ ਗੁਪਤ ਸਾਮਰਾਜ ਦਾ ਪਤਨ ਹੋਣਾ ਸ਼ੁਰੂ ਹੋ ਗਿਆ। ਨੰਬਰ 5 ਹੈ ਸੀਮਾ ਰੱਖਿਆ ਦੀ ਘਾਟ। ਉੱਤਰ ਪੱਛਮੀ ਸੀਮਾ ਰੱਖਿਆ ਵਾਲੇ ਜਿਹੜੇ ਗੁਪਤ ਸ਼ਾਸਕ ਸੀ ਉਹਨਾਂ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਸੀਗਾ, ਤੇ ਇਸੇ ਪਾਸੇ ਤੋਂ ਹੀ ਹੁਣ ਸੀ ਜਿਹੜੇ ਉਹਨਾਂ ਨੇ ਆਪਣੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਨੰਬਰ 6, ਆਰਥਿਕ ਸੰਕਟ। ਸ਼ੁਰੂ ਦੇ ਵਿੱਚ ਗੁਪਤ ਸਾਮਰਾਜ ਜਿਹੜਾ ਬਹੁਤ ਖੁਸ਼ਹਾਲ ਸੀਗਾ, ਪਰ ਜਿਹੜੇ ਗੁਪਤ ਸ਼ਾਸਕ ਸੀਗੇ ਉਹਨਾਂ ਨੇ ਕਲਾ ਤੇ ਸਾਜ਼ ਦੇ ਉੱਪਰ ਬਹੁਤ ਜ਼ਿਆਦਾ ਖਰਚ ਕਰਨਾ ਸ਼ੁਰੂ ਕਰਤਾ ਸੀਗਾ, ਸੈਨਾ ਦੇ ਉੱਪਰ ਬਹੁਤ ਜ਼ਿਆਦਾ ਖਰਚ ਕਰਦੇ ਸੀਗੇ, ਤੇ ਇਸੇ ਕਾਰਨ ਹੀ ਜਿਹੜੇ ਜਦੋਂ ਬਾਅਦ ਵਿੱਚ ਹੁਣ ਸੀਗੇ ਉਹਨਾਂ ਨੇ ਹਮਲੇ ਕਰਤੇ, ਫਿਰ ਅਸ਼ਾਂਤੀ ਫੈਲ ਗਈ ਤੇ ਦੇਸ਼ ਦੇ ਅੰਦਰੂਨੀ ਤੇ ਵਿਦੇਸ਼ੀ ਵਪਾਰ ਸੀ ਜਿਹੜਾ ਉੱਤੇ ਵੀ ਇਸ ਗੱਲ ਦਾ ਬਹੁਤ ਜ਼ਿਆਦਾ ਅਸਰ ਹੋਇਆ ਸੀਗਾ। ਤੇ ਪਿਛਲੇਰੇ ਗੁਪਤ ਸ਼ਾਸਕ ਸੀ ਜਿਹੜੇ ਉਹਨਾਂ ਦੇ ਸਮੇਂ ਦੇ ਵਿੱਚ ਗੁਪਤ ਸਾਮਰਾਜ ਨੂੰ ਦੇ ਵਿੱਚ ਭਾਰੀ ਆਰਥਿਕ ਸੰਕਟ ਸੀ ਜਿਹੜਾ ਉਹ ਪੈਦਾ ਹੋ ਗਿਆ ਸੀ। ਨੰਬਰ 7, ਅੰਦਰੂਨੀ ਬਗਾਵਤਾਂ। ਕਮਜ਼ੋਰ ਗੁਪਤ ਸ਼ਾਸਕਾਂ ਦੇ ਸਮੇਂ ਦੇਸ਼ ਦੇ ਕਈ ਭਾਗਾਂ ਦੇ ਵਿੱਚ ਬਗਾਵਤਾਂ ਹੋਣੀਆਂ ਸ਼ੁਰੂ ਹੋ ਗਈਆਂ ਸੀ। ਮਾਲਵਾ, ਕਨੌਜ ਤੇ ਵਲਭੀ ਪ੍ਰਾਂਤਾਂ ਨੇ ਆਪਣੀ ਸੁਤੰਤਰਤਾ ਦਾ ਐਲਾਨ ਕਰਤਾ ਸੀ। ਗੁਪਤ ਸ਼ਾਸਕਾਂ ਦੇ ਲਈ ਸਾਮਰਾਜ ਦੀਆਂ ਜਿਹੜੀਆਂ ਸਾਰੀਆਂ ਸੀਮਾਵਾਂ ਸੀ ਉਹਨਾਂ ਤੇ ਲੜਨਾ ਔਖਾ ਸੀ, ਤੇ ਇਸੇ ਕਾਰਨ ਇਹਨਾਂ ਬਗਾਵਤਾਂ ਨੇ ਗੁਪਤ ਸਾਮਰਾਜ ਦੀਆਂ ਦੇ ਜਿਹੜੇ ਪਤਨ ਸੀ ਉਹਦੀ ਰਫ਼ਤਾਰ ਨੂੰ ਹੋਰ ਵੀ ਜ਼ਿਆਦਾ ਤੇਜ਼ ਕਰ ਦਿੱਤਾ ਸੀ। ਨੰਬਰ 8, ਬੁੱਧ ਧਰਮ ਦਾ ਪ੍ਰਭਾਵ। ਮੁੱਢਲੇ ਕਾਲ ਦੇ ਜਿੰਨੇ ਵੀ ਗੁਪਤ ਸ਼ਾਸਕ ਸੀਗੇ ਉਹ ਸਾਰੇ ਹਿੰਦੂ ਧਰਮ ਦੇ ਅਨੁਯਾਈ ਸੀਗੇ, ਮਹਾਨ ਯੋਧੇ ਸੀਗੇ। ਇਸੇ ਕਰਕੇ ਵਿਸ਼ਾਲ ਗੁਪਤ ਸਾਮਰਾਜ ਸੀ ਜਿਹੜਾ ਉਹ ਕਾਇਮ ਹੋ ਗਿਆ ਸੀਗਾ। ਪਰ ਬਾਅਦ ਦੇ ਵਿੱਚ ਜਿਹੜੇ ਗੁਪਤ ਸ਼ਾਸਕ ਸੀਗੇ ਉਹਨਾਂ ਨੇ ਬੁੱਧ ਮਤ ਨੂੰ ਅਪਣਾ ਲਿਆ ਸੀ, ਤੇ ਬੁੱਧ ਮਤ ਸੀ ਜਿਹੜਾ ਇਹ ਅਹਿੰਸਾ ਦੇ ਵਿੱਚ ਵਿਸ਼ਵਾਸ ਰੱਖਦਾ ਸੀਗਾ। ਤੇ ਗੁਪਤ ਸ਼ਾਸਕ ਵੀ ਅਮਨ ਪਸੰਦ ਬਣ ਗਏ ਸੀਗੇ, ਉਹਨਾਂ ਨੇ ਯੁੱਧ ਕਰਨੇ ਬੰਦ ਕਰ ਦਿੱਤੇ ਸੀਗੇ। ਇਸੇ ਕਾਰਨ ਜਿਹੜੇ ਉਹਨਾਂ ਦੇ ਫੌਜ ਸੀ ਜਾਂ ਸੈਨਿਕ ਸੀ ਉਹ ਸਾਰੇ ਸੁਸਤ ਹੋ ਗਏ ਸੀਗੇ। ਇਸੇ ਤਰ੍ਹਾਂ ਬੁੱਧ ਧਰਮ ਦਾ ਜਿਹੜਾ ਪ੍ਰਭਾਵ ਸੀ ਉਹ ਵੀ ਗੁਪਤ ਸਾਮਰਾਜ ਦੇ ਪਤਨ ਦਾ ਇੱਕ ਕਾਰਨ ਬਣਿਆ। ਲਾਸਟ ਪੁਆਇੰਟ ਆਪਣਾ ਹੈਗਾ ਹੂਣਾਂ ਦੇ ਹਮਲੇ। ਹੂਣ ਸੀ ਜਿਹੜੇ ਇਹ ਮੱਧ ਏਸ਼ੀਆ ਦੀ ਇੱਕ ਜ਼ਾਲਮ ਜਾਤੀ ਸੀਗੀ। ਉਹਨਾਂ ਦੇ ਦੋ ਨੇਤਾ ਸੀਗੇ, ਤੋਰਮਾਨ ਤੇ ਮੇਹਰਗੁਲ। ਉਹਨਾਂ ਨੇ ਵਾਰ-ਵਾਰ ਗੁਪਤ ਸਾਮਰਾਜ ਦੇ ਉੱਪਰ ਆਪਣੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀਗੇ। ਤੇ ਹੂਣ ਸੀ ਜਿਹੜੇ ਘੋੜਸਵਾਰੀ ਤੇ ਤੀਰਅੰਦਾਜ਼ੀ ਦੇ ਵਿੱਚ ਜਿਹੜੇ ਗੁਪਤ ਸਾਮਰਾਜ ਦੇ ਜਿਹੜੇ ਸੈਨਿਕ ਸੀਗੇ ਉਹਨਾਂ ਤੋਂ
ਕਾਫੀ ਤੇਜ਼ ਸੀਗੇ। ਇਸੇ ਕਾਰਨ ਗੁਪਤ ਸੈਨਿਕ ਸੀ ਜਿਹੜੇ ਉਹਨਾਂ ਦਾ ਮੁਕਾਬਲਾ ਨਾ ਕਰ ਸਕੇ ਤੇ ਜਿਹੜੇ ਹੁਣਾਂ ਦੇ ਹਮਲੇ ਸੀਗੇ ਇਹ ਵੀ ਗੁਪਤ ਸਾਮਰਾਜ ਦੇ ਲਈ ਵਿਨਾਸ਼ਕਾਰੀ ਸਿੱਧ ਹੋਏ। ਉਸ ਤੋਂ ਅੱਗੇ ਆਪਣਾ ਹੈਗਾ ਗੁਪਤ ਪ੍ਰਸ਼ਾਸਨ। ਇਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਬੇਟੇ ਕਰਦੇ ਹਾਂ।